ਤੁਹਾਡਾ ਇਲਾਕਾ ਗ੍ਰੀਨ ਜ਼ੋਨ ਉਸੇ ਦਿਨ ਖਤਮ ਹੋ ਗਿਆ ਸੀ ਜਿਸ ਦਿਨ ਇਸ ਵਾਇਰਸ ਨੇ ਇੰਡੀਆ ਦੀ ਦਹਲੀਜ਼ 'ਚ ਕਦਮ ਰੱਖਤਾ ਸੀ। ਸੋ ਲੋਕੋ ਇੰਨੇ ਮਤਲਬੀ ਨਾ ਬਣੋ ਵੀ ਇੱਕ ਦੂਜੇ ਨੂੰ ਆਪਾਂ ਕਸੂਰਵਾਰ ਕਹਿਣ ਲੱਗ ਜਾਈਏ। ਜੇ ਇੰਡੀਅਨ ਗਵਰਨਮੈਂਟ ਦੀ ਗੱਲ ਕਰੀਏ ਤਾਂ ਪਹਿਲਾਂ ਸਾਨੂੰ ਥਾਲੀਆਂ ਖੜਕਾਉਣ ਵਾਸਤੇ ਕਿਹਾ ਗਿਆ, ਫਿਰ ਸਾਨੂੰ ਦੀਵੇ ਜਗਾਉਣ ਵਾਸਤੇ ਕਿਹਾ ਗਿਆ। ਐਂ ਲੱਗਦਾ ਇਟ ਲੁਕਸ ਲਾਈਕ that this virus is a man-made virus। ਨੀਂਹ ਜਿਹੜੀ ਰੱਖੀ ਗਈ ਆ ਉਹ ਰੱਖੀ ਗਈ ਆ ਚਾਈਨਾ ਤੇ US ਦੀ ਟ੍ਰੇਡ ਡੀਲ ਤੋਂ ਜਿਹੜੀ ਨਵੰਬਰ 'ਚ ਹੋਈ। ਆਪਾਂ ਘਰੇ ਬੈਠੇ ਆ, ਆਪਣੇ ਅੰਦਰ ਡਰ ਪੈਦਾ ਕਰ ਦਿੱਤਾ ਗਿਆ। ਖੇਡ ਕਿਸੇ ਹੋਰ ਨੇ ਖੇਡੀ ਆ, ਦਰਸ਼ਕਾਂ ਵਾਂਗੂ ਬੈਠੇ ਆ। ਅੰਦਰ ਦਾ ਇਨਸਾਨ ਆ, ਤੁਹਾਡੇ ਬਾਗੀਪਣਾ ਜਿਹੜਾ ਅੰਦਰ, ਉਹਨੂੰ ਵੀ ਜਿਉਂਦਾ ਰੱਖੋ। ਸਤਿ ਸ਼੍ਰੀ ਅਕਾਲ ਜੀ। ਮੈਂ ਆਸ ਕਰਦਾ ਇੱਕ ਵਾਰੀ ਫਿਰ ਤੁਸੀਂ ਸਭ ਠੀਕ ਠਾਕ ਹੋਵੋਗੇ। ਤੇ ਰੂਬਰੂ ਮੈਂ ਇਸ ਕਰਕੇ ਹੋ ਰਿਹਾ, ਮੈਨੂੰ ਬੜੇ ਮੈਸੇਜ ਆਏ। ਕੱਲ ਮੈਂ ਲਾਈਵ ਹੋਇਆ ਸੀ, ਉੱਥੇ ਮੈਨੂੰ ਬੜੇ ਮੈਸੇजेस ਆਏ ਮੇਰੇ ਪਰਸਨਲ ਨੰਬਰ ਤੇ ਜਾਂ ਮੇਰੇ ਇਨਬਾਕਸ 'ਚ ਵੀ ਬਹੁਤ ਮੈਸੇਜ ਆਏ। ਬਾਈ ਜੀ ਸਾਡਾ ਇਲਾਕਾ ਗ੍ਰੀਨ ਜ਼ੋਨ ਸੀ ਜੀ, ਦੇਖੋ ਇੱਥੇ ਵੀ ਕਰੋਨਾ ਆ ਗਿਆ, ਇੱਥੇ ਵੀ ਕੋਵਿਡ-19 ਪੋਜ਼ਿਟਿਵ ਲੋਕ ਆ ਗਏ। ਮੈਂ ਸਾਰੀ ਗ੍ਰੀਨ ਜ਼ੋਨ ਵਾਲੇ ਬੰਦਿਆਂ ਨੂੰ ਇੱਕ ਗੱਲ ਕਹਿਣਾ ਚਾਹੁੰਦਾ ਵੀ ਤੁਹਾਡਾ ਇਲਾਕਾ ਗ੍ਰੀਨ ਜ਼ੋਨ ਉਸੇ ਦਿਨ ਖਤਮ ਹੋ ਗਿਆ ਸੀ ਜਿਸ ਦਿਨ ਇਸ ਵਾਇਰਸ ਨੇ ਚਾਈਨਾ ਤੋਂ ਚੱਲ ਕੇ ਤੇ ਬਾਕੀ ਦੇਸ਼ਾਂ ਦੀ ਦਹਲੀਜ਼ 'ਚ ਕਦਮ ਰੱਖਤਾ ਸੀ, ਜਾਂ ਇੰਡੀਆ ਦੀ ਦਹਲੀਜ਼ 'ਚ ਕਦਮ ਰੱਖਤਾ ਸੀ। ਤੁਹਾਡਾ ਇਲਾਕਾ ਗ੍ਰੀਨ ਜ਼ੋਨ ਉਸ ਦਿਨ ਖਤਮ ਹੋ ਗਿਆ ਸੀ। ਸੋ ਲੋਕੋ ਇੰਨੇ ਮਤਲਬੀ ਨਾ ਬਣੋ, ਇੰਨੇ ਇਨਸੈਂਸਿਟਿਵ ਨਾ ਬਣੋ ਵੀ ਇੱਕ ਦੂਜੇ ਨੂੰ ਆਪਾਂ ਕਸੂਰਵਾਰ ਕਹਿਣ ਲੱਗ ਜਾਈਏ। ਇਹ ਜਿਹੜਾ ਟਾਈਮ ਆ ਇਹ ਤਾਂ ਇੱਕ ਦੂਜੇ ਦੇ ਨਾਲ ਖੜਨ ਦਾ, ਇੱਕ ਦੂਜੇ ਦੇ ਦੁੱਖ ਦਰਦ ਵੰਡਾਉਣ ਦਾ। ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਇਹ ਦੇਖੋ, ਕੱਲ ਮੈਂ ਇੱਕ ਗੱਲ ਕੀਤੀ ਸੀ ਗਵਰਨੈਂਸ ਦੀ, ਫੇਲੀਅਰ ਆਫ ਗਵਰਨੈਂਸ। ਉਹ ਇਸ ਕਰਕੇ ਕੀਤੀ ਸੀ, ਆਪਾਂ ਜੇ ਇੰਡੀਅਨ ਗਵਰਨਮੈਂਟ ਦੀ ਗੱਲ ਕਰੀਏ ਤਾਂ ਪਹਿਲਾਂ ਸਾਨੂੰ ਥਾਲੀਆਂ ਖੜਕਾਉਣ ਵਾਸਤੇ ਕਿਹਾ ਗਿਆ, ਉਦੋਂ ਬਾਅਦ ਤੁਸੀਂ ਦੇਖੀ ਜਿਹੜੀ ਹੁੱਲੜਬਾਜੀ ਹੋਈ। ਫਿਰ ਸਾਨੂੰ ਦੀਵੇ ਜਗਾਉਣ ਵਾਸਤੇ ਕਿਹਾ ਗਿਆ, ਉੱਥੇ ਵੀ ਤੁਸੀਂ ਦੇਖੀ ਕਿਹੜੀ ਹੁੱਲੜਬਾਜੀ ਹੋਈ। ਤਾਂ ਜਿਹੜਾ ਕੁਆਰੰਟਾਈਨ ਦਾ ਪਰਪਸ ਸੀ ਜਾਂ ਇਸ ਲੋਕਡਾਊਨ ਦਾ ਪਰਪਸ ਸੀ, ਉਹਦਾ ਬੀਟ ਉੱਥੇ ਹੀ ਹੋ ਗਿਆ। ਫਿਰ ਮਜ਼ਦੂਰ ਕੋਈ 10-15 ਲੱਖ ਮਜ਼ਦੂਰ ਜਿਹੜਾ ਪੰਜਾਬ, ਦਿੱਲੀ, ਹਰਿਆਣੇ ਤੋਂ ਨਿਕਲ ਕੇ ਸੜਕਾਂ ਤੇ ਆ ਗਏ ਤੇ ਉਹ ਆਪਦੇ ਘਰਾਂ ਨੂੰ ਚਾਲਾ ਪਾਤਾ, ਉੱਥੇ ਵੀ ਇਹਦਾ ਪਰਪਸ ਬੀਟ ਹੋ ਗਿਆ। ਫਿਰ ਇੱਕ ਘਟਨਾ ਬੰਬੇ ਹੋਈ, ਬੈਂਡਰਾ ਸਟੇਸ਼ਨ ਤੇ ਬਹੁਤ ਸਾਰੇ ਲੋਕ, ਲੇਬਰ ਤੇ ਹੋਰ ਜਿਹੜੇ ਲੋਕ ਆਪਦੇ ਘਰਾਂ ਨੂੰ ਜਾਣਾ ਚਾਹੁੰਦੇ ਸੀ, ਉਹ ਨਿਕਲ ਕੇ ਆ ਗਏ। ਉਹਨਾਂ ਨੂੰ ਡੰਡੇ ਮਾਰ ਇਹਨਾਂ ਨੇ ਵਾਪਸ ਫਿਰ ਭੇਜਿਆ। ਸੋ ਮੈਂ ਇਸੇ ਕਰਕੇ ਕਹਿ ਰਿਹਾ ਸੀ ਪੋਲਿਸੀ ਔਰ ਗਵਰਨੈਂਸ ਫੇਲੀਅਰ ਆ। ਉਦੋਂ ਬਾਅਦ ਜਿਹੜੇ ਲੋਕ ਫਸੇ ਹੋਏ ਆ, ਹੁਣ ਜਿੱਥੇ ਫਸੇ ਹੋਏ ਆ, ਉਹਨਾਂ ਨੂੰ ਲਿਆਉਣਾ ਆਪਦੇ ਘਰੇ ਤਾਂ ਸਾਡੀ ਰਿਸਪੌਂਸਿਬਿਲਿਟੀ ਆ ਤੇ ਅਸੀਂ ਉਹਨਾਂ ਨੂੰ ਲੈ ਕੇ ਆ ਰਹੇ ਹਾਂ। ਹੁਣ ਤੁਸੀਂ ਇੰਨੇ ਜ਼ਿਆਦਾ ਇਨਸੈਂਸਿਟਿਵ ਨਾ ਹੋ, ਇੰਨੇ ਮਤਲਬੀ ਨਾ ਹੋ ਵੀ ਉਹਨਾਂ ਨੂੰ ਕਸੂਰਵਾਰ ਕਹਿਣ ਲੱਗ ਜਾਓ। ਕਸੂਰਵਾਰ ਕੋਈ ਵੀ ਨਹੀਂ ਆ। ਕਸੂਰਵਾਰ, ਜਦੋਂ ਮੈਂ ਇੱਕ ਗੱਲ ਹੋਰ ਕਹਿਣਾ ਹੁੰਦਾ, ਲੈਟਸ ਥਿੰਕ ਆਊਟਸਾਈਡ ਦ ਬਾਕਸ। ਵਾਟ ਇਜ਼ ਆਊਟਸਾਈਡ ਦ ਬਾਕਸ? ਆਊਟਸਾਈਡ ਦ ਬਾਕਸ, ਇਹ ਗੱਲ ਜਰਨਲਿਜ਼ਮ ਨੂੰ ਵੀ ਸੋਚਣੀ ਚਾਹੀਦੀ ਆ, ਜਿਹੜੇ ਸਾਡੇ ਮੀਡੀਆ ਵਾਲੇ ਬੰਦੇ ਆ ਉਹਨਾਂ ਨੂੰ ਵੀ ਸੋਚਣੀ ਚਾਹੀਦੀ ਆ। ਆਊਟਸਾਈਡ ਦ ਬਾਕਸ ਇਜ਼ ਲੈਟਸ ਗੋ ਬਿਯੋਂਡ ਇੰਡੀਆ। ਵਾਟ ਇਜ਼ ਬਿਯੋਂਡ ਇੰਡੀਆ? ਜੇ ਆਪਣੇ ਦੇਸ਼ ਤੋਂ ਬਾਹਰ ਨਿਕਲ ਕੇ ਦੇਖੀਏ ਤਾਂ ਇਹ ਸਾਰੀ ਜਿਹੜੀ ਖੇਡ ਆ ਨਾ, ਜੇ ਤੁਸੀਂ ਇਹਦੇ ਬਾਰੇ ਪੜ੍ਹੋਗੇ ਤਾਂ ਇਹ ਇੱਕ ਇਕਨੋਮਿਕ ਵਾਰ ਆ। ਐਂ ਲੱਗਦਾ ਇਟ ਲੁਕਸ ਲਾਈਕ that this virus is a man-made virus। So why it is a man-made virus, ਮੈਂ ਤੁਹਾਨੂੰ ਇਹਦੀ ਗੱਲ ਦੱਸਦਾ। ਇਹਦੀ ਸ਼ੁਰੂਆਤ ਜਿਹੜੀ ਹੋਈ ਆ ਨਾ, ਜਾਂ ਇਹਦੀ ਨੀਂਹ ਜਿਹੜੀ ਰੱਖੀ ਗਈ ਆ, ਉਹ ਰੱਖੀ ਗਈ ਆ ਚਾਈਨਾ ਤੇ US ਦੀ ਟ੍ਰੇਡ ਡੀਲ ਤੋਂ ਜਿਹੜੀ ਨਵੰਬਰ 'ਚ ਹੋਈ। ਚਾਈਨਾ ਤੇ US ਇੱਕ ਇਕਨੋਮਿਕ ਵਾਰ ਚੱਲ ਰਹੀ ਹੈ ਇਹਨਾਂ ਦੋਨਾਂ ਪਾਵਰ ਸੈਂਟਰਸ 'ਚ, ਕਿਉਂਕਿ ਚਾਈਨਾ ਚਾਹੁੰਦਾ ਵੀ ਮੈਂ ਵਰਲਡ ਨੂੰ ਰੂਲ ਕਰਾਂ ਤੇ ਅਮਰੀਕਾ ਚਾਹੁੰਦਾ ਵੀ ਮੈਂ ਵਰਲਡ ਰੂਲ ਕਰਦਾ ਰਹਾਂ। ਇਹ ਜਿਹੜੀ ਇਕਨੋਮਿਕ ਵਾਰ ਚੱਲ ਰਹੀ ਆ, ਦਿਸ ਵਾਇਰਸ ਇਜ਼ ਐਨ ਆਊਟਕਮ ਆਫ ਦੈਟਸ ਹਾਊ ਇਟ ਲੁਕਸ ਲਾਈਕ। ਬਿਕਾਜ਼ ਉਹ ਜਿਹੜੀ ਡੀਲ ਸੀ ਉਹ ਟ੍ਰੇਡ ਬੈਲੈਂਸ ਮੇਨਟੇਨ ਕਰਨ ਵਾਸਤੇ ਕੀਤੀ ਗਈ, ਬਟ ਇਟ ਵਾਜ਼ ਨਾਟ ਇਨ ਚਾਈਨਾਜ਼ ਫੇਵਰ। ਸੋ ਚਾਈਨਾ ਨੇ ਉਹਦੇ 'ਚ ਇੱਕ ਕਲੌਜ਼ ਪਾਇਆ ਸੀ। ਉਹ ਕਲੌਜ਼ ਸੀ ਵੀ
in case of pandemic, all the clauses of this deal stays suspended. So therefore मैं ਇਹਦਾ ਤਰਜਮਾ ਕਰਕੇ ਦੱਸਦਾ ਤੁਹਾਨੂੰ। ਉਹ ਜਿਹੜੀ ਡੀਲ ਹੋਈ ਆ ਦੋਨਾਂ ਦੇਸ਼ਾਂ 'ਚ, ਇਹਨਾਂ 'ਚ, ਉਹਦੇ 'ਚ ਇੱਕ ਕਲੌਜ਼ ਪਾਇਆ ਗਿਆ ਸੀ, ਇੱਕ ਇਹ ਕੰਡੀਸ਼ਨ ਲਿਖੀ ਗਈ ਸੀ ਵੀ ਜੇ ਕੋਈ ਮਹਾਮਾਰੀ ਆਈ ਤਾਂ ਉਸ ਮਹਾਮਾਰੀ ਦੇ ਚੱਲਦੇ ਹੋਏ ਜਾਂ ਉਸ ਮਹਾਮਾਰੀ ਦੇ ਨਜ਼ਰੀਏ ਤੋਂ ਇਹ ਸਾਰੀ ਟ੍ਰੇਡ ਡੀਲ ਸਸਪੈਂਡ ਕਰ ਦਿੱਤੀ ਜਾਊਗੀ। ਇਹ ਟ੍ਰੇਡ ਡੀਲ ਉਸ ਤੋਂ ਬਾਅਦ ਸਾਡੇ 'ਤੇ ਇਨਫੋਰਸੇਬਲ ਨਹੀਂ ਰਹੂਗੀ, ਅਸੀਂ ਇਹਦੇ ਅੰਡਰ ਨਹੀਂ ਆਵਾਂਗੇ। ਐਂਡ ਦੈਨ pandemic arrived, COVID-19 arrived, so and we got played on। ਇਹ ਸਾਰੀ ਜਿਹੜੀ ਗੱਲ ਹੈ ਨਾ, ਅਸੀਂ ਤਾਂ ਸਾਡੇ ਨਾਲ ਖੇਡ ਖੇਡੀ ਗਈ ਆ, ਕਿਉਂਕਿ ਅਸੀਂ ਥਰਡ ਵਰਲਡ ਕੰਟਰੀ ਆ ਜਾਂ ਹੋਰ ਜਿਹੜਾ ਸਾਰਾ ਵਿਸ਼ਵ ਆ ਉਹਦੇ ਨਾਲ ਖੇਡ ਖੇਡੀ ਗਈ ਆ। ਇਹ ਉਹੀ ਖੇਡ ਆ ਜਿਹੜੀ ਅਮਰੀਕਾ ਤੇ ਚਾਈਨਾ ਖੇਡ ਰਹੇ ਆ। ਸੋ ਆਪਾਂ ਸਿਰਫ ਉਹਨਾਂ ਨੂੰ ਬੈਠ ਕੇ ਦੇਖ ਰਹੇ ਹਾਂ, ਕਿਉਂਕਿ ਉਹਨਾਂ ਨੇ ਇਹੋ ਜਿਹੀ ਗੱਲ ਰਚਤੀ। ਇਹ ਕਿਉਂ ਗੱਲ, ਇਹਦੇ ਬਾਰੇ ਤੁਹਾਨੂੰ ਪੜ੍ਹਨਾ ਪਊਗਾ, ਵਾਲੀਆਂ ਗੱਲਾਂ ਫੇਰ ਸਮਝ ਆਉਣਗੀਆਂ। ਅੱਜ ਦੀ ਡੇਟ 'ਚ ਸੀ ਹਿਊਮਨ ਬੀਇੰਗ, ਆਪਾਂ ਜਿਹੜੇ ਮਨੁੱਖ ਹਾਂ, ਆਪਣੇ ਕੋਲ ਇੱਕ ਐਬਿਲਿਟੀ ਆ ਟੂ ਥਿੰਕ, ਟੂ ਇਨਵੈਂਟ, ਟੂ ਗੈਟ ਟੂਗੈਦਰ, ਟੂ ਕੁਐਸਚਨ। ਟੂਡੇ ਯੂ ਆਰ ਸਿਟਿੰਗ ਐਟ ਹੋਮ and a fear has been injected in your minds। ਆਪਾਂ ਘਰੇ ਬੈਠੇ ਆ, ਆਪਣੇ ਅੰਦਰ ਡਰ ਪੈਦਾ ਕਰ ਦਿੱਤਾ ਗਿਆ। ਉਹ ਡਰ ਇਹ ਪੈਦਾ ਕਰ ਦਿੱਤਾ ਗਿਆ, ਨਾ ਤਾਂ ਆਪਾਂ ਸੋਚ ਸਕਦੇ ਆ, ਨਾ ਹੀ ਆਪਾਂ ਇਕੱਠੇ ਹੋ ਸਕਦੇ ਆ, we cannot get together today, ਨਾ ਹੀ ਆਪਾਂ ਕੁਝ ਇਨਵੈਂਟ ਕਰ ਸਕਦੇ ਆ, ਤੇ ਨਾ ਹੀ ਆਪਾਂ ਕੁਐਸਚਨ ਕਰ ਸਕਦੇ ਆ। ਕੁਐਸਚਨ ਕਰਨਾ ਇਸ ਕਰਕੇ ਨਹੀਂ ਕਰ ਸਕਦੇ ਕਿਉਂਕਿ ਜਿਹੜੇ ਇਹ ਸੋ ਕਾਲਡ ਸਰਮਾਏਦਾਰ ਆ, ਹੁਕਮਰਾਨ ਆ ਜਾਂ ਲੀਡਰਸ ਆ, ਪੋਲੀਟੀਕਲ ਲੀਡਰਸ ਆ, ਇਹ ਹੁਣ ਆਪਾਂ ਨੂੰ ਉਹ ਫੀਅਰ ਇੰਜੈਕਟ ਕਰਤਾ ਆਪਣੇ ਅੰਦਰ। ਉਸ ਤੋਂ ਬਾਅਦ ਇਹ ਗੱਲਾਂ ਆਪਣੇ ਡਾਊਟ ਪੈਦਾ ਕਰ ਰਹੇ ਆ ਆਪਣੇ ਅੰਦਰ। ਉਸ ਫੀਅਰ ਨੂੰ ਚੱਲਦੇ ਹੋਏ ਉਹ ਡਾਊਟ ਆ ਜਾਂਦਾ that you guys sit at home, we withdraw every constitutional right you have and we are special, we will take decisions for you and majority believes it also। So ਇਹ ਉਹੀ ਗੱਲ ਆ ਵੀ ਤੁਸੀਂ ਘਰੇ ਬੈਠੋ, ਅਸੀਂ ਤੁਹਾਡੇ ਡਿਸੀਜਨ ਲਵਾਂਗੇ, ਅਸੀਂ ਤੁਹਾਡੇ ਤੋਂ ਸਪੈਸ਼ਲ ਆ, ਵੀ ਆਰ ਮੋਰ ਇੰਟੈਲੀਜੈਂਟ। ਐਂਡ ਜਿਹੜੇ ਜ਼ਿਆਦਾਤਰ ਲੋਕ ਆ ਨਾ, ਉਹ ਇਹ ਵਿਸ਼ਵਾਸ ਵੀ ਕਰਦੇ ਆ that they are special। No, they are not special, they are not special than you। Do not have that fear in your minds, do not think that they are superior than you, they are not superior than us। ਇਸੇ ਕਰਕੇ ਮੈਂ ਐਜੂਕੇਸ਼ਨ ਦੀ ਗੱਲ ਕਰਦਾ ਹੁੰਨਾ। ਹੁਣ ਜਦੋਂ ਆਪਾਂ ਲੋਕ ਇਹ ਗਲੋਬਲ ਸਿਚੁਏਸ਼ਨ ਸਮਝਾਂਗੇ ਤਾਂ ਤੁਸੀਂ ਇਹ ਸਮਝੋਗੇ ਵੀ ਇਹ ਇਕਨੋਮਿਕ ਵਾਰ ਆ, ਤੇ ਇਸ ਇਕਨੋਮਿਕ ਵਾਰ 'ਚ ਅਸੀਂ ਸਿਰਫ ਇੱਕ ਦਰਸ਼ਕ ਦੀ ਤਰ੍ਹਾਂ ਬਾਹਰ ਬੈਠ ਕੇ, ਜਿਵੇਂ ਸਾਨੂੰ ਕਿਹਾ ਗਿਆ ਵੀ ਆਹ ਰੂਲਸ ਐਂਡ ਰੈਗੂਲੇਸ਼ਨ, ਆਪਾਂ ਸਿਰਫ ਦੇਖ ਰਹੇ ਹਾਂ, ਇੱਥੇ ਬੈਠੇ ਦੇਖ ਰਹੇ ਹਾਂ। ਕਿਉਂਕਿ ਸਾਡੇ ਜਿਹੜੇ ਲੀਡਰ ਆ ਉਹਨਾਂ ਕੋਲੇ ਵੀ ਮੈਨੂੰ ਐਂ ਲੱਗਦਾ, ਕਿਉਂਕਿ ਮੈਂ ਬਥੇਰੇ ਬੰਦਿਆਂ ਨੂੰ ਜਾਣਦਾ, ਉਹਨਾਂ ਕੋਲੇ ਮੈਨੂੰ ਐਂ ਲੱਗਦਾ ਇੰਨਾ ਇੰਟਲੈਕਟ ਜਾਂ ਇੱਥੋਂ ਤੱਕ ਗੱਲ ਸੋਚਣ ਦਾ ਹੀ ਜਿਹੜੀ ਅੰਦਰ ਐਬਿਲਿਟੀ ਹੈ ਨਹੀਂ। ਸੋ ਜੇ ਐਬਿਲਿਟੀ ਹੈ ਨਹੀਂ ਆਪਦੇ ਅੰਦਰ, ਤਾਂ ਉਹ ਸਿਰਫ ਗੱਲ ਇਹ ਸੋਚਦੇ ਆ ਵੀ ਹੁਣ ਆਹ ਮਹਾਮਾਰੀ ਆਈ ਹੋਈ ਆ, ਇਹਦੇ 'ਚ ਵੀ ਆਪਦਾ ਫਾਇਦਾ ਕਿਵੇਂ ਕਰੀਏ। ਦੇਖੋ ਇਸ ਸਿਚੁਏਸ਼ਨ 'ਚ ਫਾਇਦੇ ਫੂਦੇ ਨਾ ਸੋਚੋ ਇਹ ਵੀ ਇੱਕ ਦੂਜੇ ਦੀ ਹੈਲਪ ਕਿਵੇਂ ਕਰੀਏ। ਇਹ ਸੋਚੋ ਵੀ ਇੱਕ ਦੂਜੇ ਨੂੰ ਅਸੀਂ ਨਾਲ ਕਿਵੇਂ ਲੈ ਕੇ ਚੱਲੀਏ, ਇੱਕ ਦੂਜੇ ਨੂੰ ਕਸੂਰਵਾਰ ਨਾ ਬਣਾਈਏ, ਮਤਲਬੀ ਨਾ ਬਣੋ। ਕਿਉਂਕਿ ਜਿਹੜੀ ਖੇਡ ਆ ਕੋਈ ਹੋਰ ਖੇਡ ਰਿਹਾ, ਇਹਨੂੰ ਸਮਝਣ ਦੀ ਮੇਰੇ ਖਿਆਲ 'ਚ ਬਹੁਤ ਵੱਡੀ ਜ਼ਰੂਰਤ ਆ। ਗਲੋਬਲ ਲੈਵਲ ਦੀ ਪੋਲੀਟਿਕਸ ਸਮਝਣੀ ਪਊਗੀ, ਇਹਦੇ ਲਈ ਉਹਦੇ ਬਾਰੇ ਪੜ੍ਹਨਾ ਪਊਗਾ। ਫਿਰ ਤੁਸੀਂ ਮੇਰੇ ਖਿਆਲ 'ਚ ਆ ਜਿਹੜੀਆਂ ਗੱਲਾਂ ਇੱਕ ਦੂਜੇ ਨੂੰ ਕਸੂਰਵਾਰ ਕਰਨ ਵਾਲੀਆਂ ਵੀ ਫਲਾਨੇ ਬੰਦੇ ਨੇ ਕਰੋਨਾ ਫੈਲਾਤਾ, ਫਲਾਨੇ ਨੇ ਦੇਖੋ ਹੁਣ ਉਹ ਜਮਾਤ ਨੇ ਕਰਤਾ, ਹੁਣ ਇਸ ਜਮਾਤ ਨੇ ਕਰਤਾ, ਹੁਣ ਆ ਸਾਡਾ ਗ੍ਰੀਨ ਜ਼ੋਨ ਸੀ, ਇਹ ਗੱਲਾਂ ਦਾ ਕੋਈ ਮਤਲਬ ਨਹੀਂ ਆ। ਆਪਸ 'ਚ ਉਲਝੇ ਰਹੋਗੇ। ਇਹੀ ਚੀਜ਼ਾਂ ਉਹ ਚਾਹੁੰਦੇ ਆ ਵੀ ਤੁਸੀਂ ਉਲਝੇ ਰਹੋ ਤੇ ਗਾਹ ਨਾ ਵੱਧ ਸਕੋ। ਜਿੰਨਾ ਉਲਝਾਂਗੇ ਉਨੀ ਇੱਕ ਦੂਜੇ ਦੀਆਂ ਲੱਤਾਂ ਖਿੱਚਾਂਗੇ। ਸੋ ਦੇਅਰਫੋਰ ਮੈਂ ਇਹ ਕਹਿਣਾ ਚਾਹੂੰਗਾ, ਇਹਨਾਂ ਗੱਲਾਂ ਨੂੰ ਸਮਝਣਾ ਬਹੁਤ ਜ਼ਰੂਰੀ ਆ, ਗਲੋਬਲ ਸਿਚੁਏਸ਼ਨ ਨੂੰ ਸਮਝਣਾ ਬਹੁਤ ਜ਼ਰੂਰੀ ਆ, ਇੰਡੀਅਨ ਜਿਹੜਾ ਸਿਸਟਮ ਆ ਆਪਣਾ ਉਹਨੂੰ ਵੀ ਸਮਝਣਾ ਬਹੁਤ ਜ਼ਰੂਰੀ ਆ। ਬਿਕਾਜ਼ ਇਹਨਾਂ ਨੇ ਤਾਂ ਆਪਸ 'ਚ ਲੜਾਈ ਜਾਣਾ, ਤੁਹਾਨੂੰ ਇਹਨਾਂ ਨੇ ਤਾਂ ਡਰ ਹੀ ਤੁਹਾਡੇ ਅੰਦਰ ਪੈਦਾ ਕਰੀ ਜਾਣਾ, ਤੁਹਾਨੂੰ ਇੰਜੈਕਟ ਕਰੀ ਜਾਣਾ ਡਰ 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 ਡਰ। ਤਾਂ ਡਰਦੇ ਰਹੋ, ਫਿਰ ਡਰਦੇ ਰਹੋਗੇ ਤਾਂ ਹੀ ਬੈਠੇ ਰਹੋਗੇ।
ਬਾਹਰ ਨਿਕਲ ਕੇ ਵੀ ਐਂ ਬੈਠੇ ਹੋ ਤੁਸੀਂ, ਕਿਉਂਕਿ ਤੁਹਾਡੀ ਅਬਿਲਿਟੀ ਟੂ ਥਿੰਕ they'll kill it, they'll kill that you can question, they'll kill that you can get together, they'll kill everything. So ਮੇਰਾ ਰੂਬਰੂ ਹੋਣ ਦਾ ਹੋਰ ਕੋਈ ਮਕਸਦ ਨਹੀਂ ਹੁੰਦਾ। ਅੱਜ ਕੱਲ੍ਹ ਜਿਹੜੀ ਸਿਚੁਏਸ਼ਨ ਜਾਂ ਜਿਸ ਤਰ੍ਹਾਂ ਦੇ ਦੌਰ ਤੋਂ ਅਸੀਂ ਗੁਜ਼ਰ ਰਹੇ ਹਾਂ, ਮੇਰਾ ਸਿਰਫ ਇੱਕੋ ਹੀ ਮਕਸਦ ਹੁੰਦਾ ਵੀ ਮੈਂ ਜੇ ਮਾੜਾ ਮੋਟਾ ਕੁਝ ਜਾਣਦਾ ਤਾਂ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ, ਜਾਂ ਤੁਸੀਂ ਮੈਨੂੰ ਸੁਝਾਅ ਭੇਜੋ, ਤੁਸੀਂ ਮੈਨੂੰ ਆਪਦੇ ਮੈਸੇजेस ਕਰਕੇ ਦੱਸੋ। ਇੱਕ ਦੂਜੇ ਤੋਂ ਆਪਾਂ ਸਿੱਖੀਏ। ਇਹ ਸਿੱਖਣਾ ਇੱਕ ਦੂਜੇ ਤੋਂ ਬਹੁਤ ਜ਼ਿਆਦਾ ਜ਼ਰੂਰੀ ਆ, ਕਿਉਂਕਿ ਜਿਹੜੀ ਅੱਜ ਦੀ ਡੇਟ 'ਚ ਆਪਾਂ ਬਹੁਤ ਚੀਜ਼ਾਂ ਵੀ ਪੜ੍ਹਦੇ ਹਾਂ, ਉਹ ਜਿਹੜੀਆਂ ਚੀਜ਼ਾਂ ਸਾਡਾ ਜਰਨਲਿਜ਼ਮ ਸਾਨੂੰ ਪੇਸ਼ ਕਰ ਰਿਹਾ ਉਹ ਬਹੁਤ ਹੀ ਨੈਗੇਟਿਵ ਜਰਨਲਿਜ਼ਮ ਹੋ ਚੁੱਕਿਆ। ਮੈਂ ਇਸ ਗੱਲ ਬਾਰੇ ਵੀ ਕਹਿਣਾ ਚਾਹੁੰਦਾ ਸੀ, ਇਸ ਕਰਕੇ ਹੋ ਚੁੱਕਿਆ ਨੈਗੇਟਿਵ। ਇਹ ਗੱਲ ਮੇਰੀ ਜਦੋਂ ਜ਼ਹਿਨ 'ਚ ਆਈ ਜਾਂ ਦਿਮਾਗ 'ਚ ਆਈ, ਉਦੋਂ ਮੇਰੇ ਪਾਨ ਸਿੰਘ ਤੁਮਾਰ ਦਾ ਇੱਕ ਸੀਨ ਯਾਦ ਆ ਗਿਆ, ਜਦੋਂ ਇੱਕ ਪੱਤਰਕਾਰ ਇਰਫਾਨ ਭਾਈ ਉਹਨਾਂ ਨੇ ਬਾਕਮਾਲ ਉਹ ਜਿਹੜਾ ਕੈਰੈਕਟਰ ਕੀਤਾ ਤਾਂ ਉਹਨਾਂ ਨੂੰ ਪੁੱਛਦਾ ਵੀ ਤੁਸੀਂ ਡਕੈਤ ਕਿਵੇਂ ਬਣੇ। ਉਹ ਕਹਿੰਦੇ ਤੂੰ ਪੱਤਰਕਾਰ ਬਣ ਗਿਆ ਕਿ ਹਜੇ ਤੇਰੀ ਟ੍ਰੇਨਿੰਗ ਚੱਲ ਰਹੀ ਆ। ਕਹਿੰਦੇ ਡਕੈਤ ਤਾਂ ਪਾਰਲੀਮੈਂਟ 'ਚ ਹੁੰਦੇ ਆ, ਭੀੜ ਮੈਂ ਤਾਂ ਬਾਗੀ ਰਹਤੇ ਹੈ। ਸੋ ਇਹ ਜਿਹੜੀ ਗੱਲ ਆ ਨਾ, ਇਹ ਬਹੁਤ ਡੂੰਘੀ ਗੱਲ ਆ, ਇਹਨੂੰ ਸਮਝਣ ਦੀ ਕੋਸ਼ਿਸ਼ ਕਰਿਓ। ਜਿਹੜੇ ਧਰਮਾਂ ਦੇ ਨਾਂ 'ਤੇ, ਜਾਤ ਪਾਤ ਦੇ ਨਾਂ 'ਤੇ, ਕਲਰ ਕ੍ਰੀਡ ਦੇ ਨਾਂ 'ਤੇ ਸਾਨੂੰ ਵੰਡਾਂ ਪਾਈ ਜਾਂਦੇ ਆ ਸਾਡੇ 'ਚ, ਜਿਹੜੇ ਸਾਨੂੰ ਆਪਦੀਆਂ ਵੋਟਾਂ ਨੂੰ ਮੁੱਖ ਰੱਖ ਕੇ ਤੇ ਸਾਨੂੰ ਐਂ ਉਲਝਾਈ ਰੱਖਦੇ ਆ ਵੀ ਆਹ ਦੇਖੋ ਇਹਦਾ ਕਸੂਰ ਆ, ਉਹਦਾ ਕਸੂਰ ਆ, ਉਹ ਬੇਕਸੂਰ ਆ, ਮੈਂ ਕਸੂਰਵਾਰ ਆ। ਇਹਨਾਂ ਚੀਜ਼ਾਂ 'ਚ ਪਾਈ ਰੱਖਦੇ ਆ, ਸਾਨੂੰ ਇੱਕ ਦੂਜੇ ਦੀਆਂ ਲੱਤਾਂ ਹੀ ਖਿੱਚਣ ਲਾਈ ਰੱਖਦੇ ਆ। ਉਹ ਤਾਂ ਫਿਰ ਡਕੈਤ ਹੀ ਹੁੰਦੇ ਆ ਅਸਲ 'ਚ, ਕਿਉਂਕਿ ਬੀਹੜ ਮੇ ਤੋਂ ਬਾਗੀ ਰਹਤੇ ਆ। ਤਾਂ ਬਾਗੀ ਹੋਣਾ ਤੁਹਾਡਾ ਬਹੁਤ ਜ਼ਰੂਰੀ ਆ, ਸਾਡੇ ਸਾਰਿਆਂ ਦਾ ਬਾਗੀ ਹੋਣਾ ਬਹੁਤ ਜ਼ਰੂਰੀ ਆ। ਭਾਈਚਾਰਾ, ਸਾਂਝ, ਪਿਆਰ ਬਹੁਤ ਵੱਡੀਆਂ ਗੱਲਾਂ, ਇਹਨੂੰ ਸਮਝਣਾ ਬਹੁਤ ਜ਼ਰੂਰੀ ਆ। ਸੋ ਸਾਡੇ ਜਰਨਲਿਜ਼ਮ ਨੂੰ ਵੀ ਇਹਨੂੰ ਸਮਝਣਾ ਬਹੁਤ ਜ਼ਰੂਰੀ ਆ। ਜਰਨਲਿਜ਼ਮ ਸਾਡੇ ਇੱਕ ਸਿਸਟਮ ਦਾ ਬਹੁਤ ਵੱਡਾ ਥੰਮ ਆ। ਉਸ ਥੰਮ ਨੂੰ ਚਾਹੀਦਾ ਵੀ ਆਪਦੀ ਰਿਸਪੌਂਸਿਬਿਲਿਟੀ ਬਹੁਤ ਚੰਗੀ ਤਰ੍ਹਾਂ ਨਿਭਾਵੇ ਅਤੇ ਲੋਕਾਂ ਨੂੰ ਜਾਗਰੂਕ ਕਰਾਵੇ। ਲੋਕਾਂ 'ਚ ਜਿਹੜੀ ਉਹਨਾਂ 'ਚ ਇੱਕ ਸੋਚ ਉਹਨਾਂ 'ਚ ਪਲਣੀ ਚਾਹੀਦੀ ਆ। ਉਹ ਇਹ ਚੀਜ਼ਾਂ ਪੜ੍ਹ ਕੇ ਹੀ ਆਉਣਗੀਆਂ। ਇਹ ਚੀਜ਼ਾਂ ਸਾਨੂੰ ਜਾਂ ਸਾਡੇ ਜਿਹੜੇ ਬੁੱਧੀਵਾਨ ਜਾਂ ਜਿਹੜੇ ਬੁੱਧੀਜੀਵੀ ਆ ਉਹ ਦੱਸਣ। ਬੁੱਧੀਜੀਵੀ ਵੀ ਇਹੀ ਕਰਦੇ ਰਹਿੰਦੇ ਆ, ਫਲਾਣੇ ਦਾ ਟੈਸਟ ਨਹੀਂ ਹੋਇਆ ਜੀ, ਉਹ ਦੇਖੋ ਹਜ਼ੂਰ ਸਾਹਿਬ ਤੋਂ ਚੱਲ ਕੇ ਉਹਨਾਂ ਦਾ ਟੈਸਟ ਨਹੀਂ ਹੋਇਆ ਜੀ, ਉੱਥੇ ਟੈਸਟ ਹੋਣਾ ਚਾਹੀਦਾ ਸੀ, ਉੱਥੋਂ ਇਹਨਾਂ ਨੂੰ ਟੈਸਟ ਕਰਕੇ ਕਿਉਂ ਨਹੀਂ ਭੇਜਿਆ ਗਿਆ, ਇੱਥੇ ਆ ਕੇ ਐਂ ਕਰਤਾ। ਬਾਈ ਜੀ ਤੁਸੀਂ ਓਵਰਆਲ ਥਿੰਕ ਆਊਟਸਾਈਡ ਦ ਬਾਕਸ। ਹੁਣ ਉੱਥੇ ਬਾਬੇ ਜਿਹੜੇ ਸਰਦਾਰ ਬਲਵਿੰਦਰ ਸਿੰਘ ਹਜ਼ੂਰ ਸਾਹਿਬ ਬੈਠੇ ਆ, ਉਹ ਵਿਚਾਰੇ ਕਾਰ ਸੇਵਾ ਵਾਲੇ ਬੰਦੇ ਆ, ਸਾਰੀ ਉਮਰ ਉਹਨਾਂ ਨੇ ਸਿਰਫ ਸੇਵਾ ਕੀਤੀ ਆ ਸੰਗਤ ਦੀ। ਹੁਣ ਉਹ ਟੈਸਟ ਕਿੱਥੋਂ ਕਰਾਉਣ? ਮਹਾਰਾਸ਼ਟਰ ਗਵਰਨਮੈਂਟ ਕੋਲੇ ਇੰਨਾ ਕੋਈ ਅਰੇਂਜਮੈਂਟ ਹੈ ਨਹੀਂ ਸੀ। ਨਾਂਦੇੜ 'ਚ 2 ਕੇਸਿਸ ਜਿਹੜੇ ਪੂਰੇ ਨਾਂਦੇੜ ਸ਼ਹਿਰ 'ਚ ਮਿਲੇ, ਉਹ 2 ਕੇਸਿਸ ਵੀ ਇਹਨਾਂ ਤੋਂ ਹੁਣ ਹੋ ਸਕਦਾ 3 ਹੋ ਗਏ, ਉਹ ਵੀ ਇਹਨਾਂ ਤੋਂ ਬਹੁਤ ਦੂਰ ਸੀ, ਇਹਨਾਂ ਨਾਲ ਕੋਈ ਵਾਸਤਾ ਨਹੀਂ ਸੀ। ਸੋ ਜੇ ਇਹ ਰਾਹ 'ਚ ਕਿਤੇ ਕੋਈ ਕਿਸੇ ਤੋਂ ਅਣਗਹਿਲੀ ਹੋ ਗਈ, ਹੁਣ ਆਪਾਂ ਕਸੂਰਵਾਰ ਨਾ ਬਣਾਈਏ ਕਿਸੇ ਨੂੰ, ਇਸ ਗੱਲ ਦੇ ਇਸ਼ੂ ਨਾ ਬਣਾਈਏ, ਉਹਨਾਂ ਲੋਕਾਂ ਦਾ ਧਿਆਨ ਦਈਏ, ਉਹਨਾਂ ਨੂੰ ਹੈਂਡਲ ਕਰੀਏ। ਉਹਨਾਂ ਦੀ ਜੇ ਉਹ ਬਿਮਾਰ ਵੀ ਆ ਉਸ ਚੀਜ਼ ਨੂੰ ਵੀ ਹੈਂਡਲ ਕੀਤਾ ਜਾਵੇ। ਸੋ ਮੈਂ ਇਹੀ ਤੁਹਾਨੂੰ ਅਰਦਾਸ ਕਰਦਾ, ਇਹੀ ਤੁਹਾਨੂੰ ਮੇਰੇ ਵੱਲੋਂ ਸਲਾਹ ਵੀ ਆ। ਬਾਕੀ ਮੈਂ ਕਹੂੰਗਾ ਖੇਡ ਕਿਸੇ ਹੋਰ ਨੇ ਖੇਡੀ ਆ, ਦਰਸ਼ਕਾਂ ਵਾਂਗੂ ਬੈਠੇ ਆ, ਪਰ ਇਸ ਦੌਰਾਨ ਆਪਦੇ ਆਪ ਨੂੰ ਜਾਗਰੂਕ ਕਰੋ, ਇਸ ਦੌਰਾਨ ਪੜ੍ਹੋ, ਇਸ ਦੌਰਾਨ ਆਪਦੀ ਸੋਚ ਨੂੰ ਵਿਕਸਿਤ ਕਰੋ, ਚੰਗੇ ਇਨਸਾਨ ਬਣੋ, ਬਹੁਤ ਜ਼ਰੂਰੀ ਆ। ਆਪਦੇ ਲੋਕਾਂ ਦਾ ਧਿਆਨ ਰੱਖੋ, ਆਪਦੀ ਕੌਮ ਦਾ ਧਿਆਨ ਰੱਖੋ, ਕਿਉਂਕਿ ਜੇ ਕਿਤੇ ਐਂ ਚੱਲਦਾ ਰਿਹਾ ਵੀ ਫਸਟ ਵਰਲਡ ਕੰਟਰੀਜ਼ ਸਾਡੇ ਨਾਲ ਐਂ ਗੇਮਸ ਖੇਡਦੀਆਂ ਰਹੀਆਂ ਤੇ ਅਸੀਂ ਇਫ ਵੀ ਵਿਲ always be in this zone where they are actually making us play in the way they want us to play, and we are exactly playing like that, and the remote control is in their hands. I think it's really sad, because ਅਸੀਂ ਇਹ ਤੋਂ ਬਹੁਤ ਇਤਿਹਾਸ ਜਾਣੋ, ਅਸੀਂ ਬਹੁਤ ਉੱਚੇ ਬੰਦੇ ਹਾਂ। ਇੱਥੋਂ ਆਪਦੇ ਇਤਿਹਾਸ ਨੂੰ ਪੜ੍ਹਨਾ ਵੀ ਬਹੁਤ ਜ਼ਰੂਰੀ ਹੈ, ਇਸੇ ਕਰਕੇ ਉਹ ਤੁਹਾਨੂੰ ਇੰਸਪਾਇਰ ਕਰਦਾ। ਇਸ ਕਰਕੇ ਕਿਰਦਾਰਾਂ ਨੂੰ ਅਤੇ ਆਪਦੀ ਐਜੂਕੇਸ਼ਨ ਨੂੰ, ਆਪਦੇ ਜਿਹੜੇ ਅੰਦਰ ਦਾ ਇਨਸਾਨ ਆ, ਤੁਹਾਡੇ ਬਾਗੀਪਣਾ ਜਿਹੜਾ ਅੰਦਰ, ਉਹਨੂੰ ਵੀ ਜਿਉਂਦਾ ਰੱਖੋ। ਬਾਕੀ ਮੇਰੇ ਵੱਲੋਂ ਬਹੁਤ ਸਾਰਾ ਪਿਆਰ ਅਤੇ ਸਤਿਕਾਰ। ਸਤਿ ਸ਼੍ਰੀ ਅਕਾਲ ਜੀ।